ਕਦੇ ਸੋਚਿਆ ਹੈ ਕਿ ਸਿਆਸਤ ਵਿੱਚ ਕੀ ਕੁਝ ਮੁਮਕਿਨ ਹੈ? ਇੱਕ ਅਜਿਹਾ ਉਮੀਦਵਾਰ ਜੋ 2 ਵਾਰ ਜਿੱਤਿਆ ਹੋਵੇ, ਉਹ ਅਗਲੀ ਚੋਣ ਵਿੱਚ ਸਿੱਧਾ ਚੌਥੇ ਨੰਬਰ ਤੇ ਕਿਵੇਂ ਆ ਸਕਦਾ ਹੈ? ਇਹ ਕੋਈ ਕਾਲਪਨਿਕ ਕਹਾਣੀ ਨਹੀਂ, ਬਲਕਿ ਇਹ 2022 ਵਿੱਚ ਪੰਜਾਬ ਦੇ ਸੁਲਤਾਨਪੁਰ ਲੋਧੀ ਹਲਕੇ ਵਿੱਚ ਵਾਪਰੀ ਇੱਕ ਸੱਚੀ ਘਟਨਾ ਹੈ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਆਪਾਂ ਇਸੇ ਵੱਡੇ ਸਿਆਸੀ ਉਲਟਫੇਰ ਦੀ ਤਹਿ ਤੱਕ ਜਾਵਾਂਗੇ, ਅੰਕੜਿਆਂ ਨੂੰ ਸਮਝਾਂਗੇ ਤੇ ਦੇਖਾਂਗੇ ਕਿ ਇਸ ਦੇ ਪਿੱਛੇ ਕਾਰਨ ਕੀ ਸਨ। ਤਾਂ ਆਓ ਦੇਖਦੇ ਹਾਂ ਕਿ ਆਪਾਂ ਇਸ ਸਫ਼ਰ ਨੂੰ ਕਿਵੇਂ ਤੈਅ ਕਰਾਂਗੇ। ਸਭ ਤੋਂ ਪਹਿਲਾਂ ਆਪਾਂ 2022 ਦੇ ਉਨ੍ਹਾਂ ਹੈਰਾਨ ਕਰਨ ਵਾਲੇ ਨਤੀਜਿਆਂ ਤੇ ਇੱਕ ਨਜ਼ਰ ਮਾਰਾਂਗੇ। ਫਿਰ ਅੰਕੜਿਆਂ ਦੀ ਗਹਿਰਾਈ ਵਿੱਚ ਜਾ ਕੇ ਸੱਚਾਈ ਲੱਭਾਂਗੇ। ਉਸ ਤੋਂ ਬਾਅਦ ਇਹ ਸਮਝਾਂਗੇ ਕਿ ਆਖਿਰ ਇਹ ਸਭ ਹੋਇਆ ਕਿਉਂ, ਤੇ ਅੰਤ ਵਿੱਚ ਇੱਕ ਸੰਭਾਵੀ ਵਾਪਸੀ ਦੇ ਰੋਡ ਮੈਪ ਤੇ ਵੀ ਗੱਲ ਕਰਾਂਗੇ। ਚਲੋ ਸ਼ੁਰੂਆਤ ਕਰਦੇ ਹਾਂ ਉਸ ਸਿਆਸੀ ਪੁਚਾਲ ਤੋਂ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿੱਤ ਦੇ ਜਸ਼ਨਾਂ ਤੋਂ ਚੌਥੇ ਸਥਾਨ ਦਾ ਸਫ਼ਰ ਇਹ ਸਿਰਫ ਇੱਕ ਹਾਰ ਨਹੀਂ ਸੀ, ਸਗੋਂ ਇਸ ਦੇ ਪਿੱਛੇ ਇੱਕ ਵੱਡਾ ਸੰਦੇਸ਼ ਛੁਪਿਆ ਹੋਇਆ ਸੀ। ਸੁਲਤਾਨਪੁਰ ਲੋਧੀ ਇਹ ਸਿਰਫ ਪੰਜਾਬ ਦਾ ਇੱਕ ਵਿਧਾਨ ਸਭਾ ਹਲਕਾ ਨਹੀਂ ਹੈ, ਇਹ ਇੱਕ ਇਤਿਹਾਸਿਕ ਧਰਤੀ ਹੈ ਜਿਸ ਦੀ ਆਪਣੀ ਇੱਕ ਸਿਆਸੀ ਪਹਿਚਾਨ ਹੈ। ਇੱਥੋਂ ਦੇ ਵੋਟਰ ਬਹੁਤ ਜਾਗਰੂਕ ਨੇ ਅਤੇ ਇੱਥੇ ਸਿਆਸੀ ਹਵਾ ਦਾ ਰੁਖ ਬਹੁਤ ਤੇਜ਼ੀ ਨਾਲ ਬਦਲਦਾ ਹੈ। ਇਹ 2 ਅੰਕੜੇ ਪੂਰੇ ਕਹਾਣੀ ਆਪਣੇ ਆਪ ਬਿਆਨ ਕਰਦੇ ਨੇ। ਦੇਖੋ, 2017 ਵਿੱਚ ਪਾਰਟੀ ਨੂੰ ਲਗਭਗ 39% ਵੋਟ ਮਿਲੇ ਤੇ ਉਹ ਜਿੱਤੂ ਰਹੇ, ਪਰ ਸਿਰਫ 5 ਸਾਲਾਂ ਦੇ ਅੰਦਰ 2022 ਵਿੱਚ ਵੋਟ ਸ਼ੇਅਰ ਡਿੱਗ ਕੇ ਸਿਰਫ 12.5% ਤੇ ਆ ਗਿਆ ਤੇ ਪਾਰਟੀ ਚੌਥੇ ਸਥਾਨ ਤੇ ਪਹੁੰਚ ਗਈ। ਇਹ ਕੋਈ ਮਾਮੂਲੀ ਗਿਰਾਵਟ ਨਹੀਂ, ਇਹ ਇੱਕ ਸਿਆਸੀ ਟਹਿਟੇਰੀ ਹੋਣਾ ਹੈ। ਤੇ ਇਹ ਨੰਬਰ 28,000 ਇਹ ਹਾਰ ਦੇ ਵੱਡੇ ਪੱਧਰ ਨੂੰ ਦਰਸਾਉਂਦਾ ਹੈ। 2022 ਦੀਆਂ ਚੋਣਾਂ ਵਿੱਚ ਜੇਤੂ ਆਜ਼ਾਦ ਉਮੀਦਵਾਰ ਅਤੇ ਪਹਿਲਾਂ ਜਿੱਤਣ ਵਾਲੀ ਪਾਰਟੀ ਦੇ ਉਮੀਦਵਾਰ ਵਿਚਕਾਰ ਲਗਭਗ 28,000 ਵੋਟਾਂ ਦਾ ਫਰਕ ਸੀ। ਇਹ ਸਿਰਫ ਇੱਕ ਹਾਰ ਨਹੀਂ ਸੀ, ਇਹ ਵੋਟਰਾਂ ਵੱਲੋਂ ਇੱਕ ਬਹੁਤ ਸਪਸ਼ਟ ਤੇ ਜ਼ੋਰਦਾਰ ਸੰਦੇਸ਼ ਸੀ। ਅੱਛਾ, ਹੁਣ ਥੋੜਾ ਹੋਰ ਡੂੰਘਾਈ ਵਿੱਚ ਚੱਲਦੇ ਹਾਂ, ਕਿਉਂਕਿ ਸਿਆਸਤ ਵਿੱਚ ਅਸਲ ਕਹਾਣੀ ਅੰਕੜਿਆਂ ਦੇ ਪਿੱਛੇ ਛੁਪੀ ਹੁੰਦੀ ਹੈ। ਇਹ ਅੰਕੜੇ ਕਦੇ ਝੂਠ ਨਹੀਂ ਬੋਲਦੇ, ਬਸ ਇਹਨਾਂ ਨੂੰ ਸਹੀ ਤਰੀਕੇ ਨਾਲ ਪੜ੍ਹਨ ਦੀ ਲੋੜ ਹੁੰਦੀ ਹੈ। ਆਓ ਦੇਖੀਏ ਕਿ ਸੁਲਤਾਨਪੁਰ ਲੋਧੀ ਦੇ ਅੰਕੜੇ ਕੀ ਰਾਜ਼ ਖੋਲਦੇ ਨੇ। ਇਸ ਟੇਬਲ ਤੇ ਇੱਕ ਨਜ਼ਰ ਮਾਰੋ। 2022 ਵਿੱਚ ਕੁੱਲ ਵੋਟਰ ਸਨ 1,48,000 ਤੋਂ ਥੋੜਾ ਵੱਧ। ਇਨ੍ਹਾਂ ਵਿੱਚੋਂ ਲਗਭਗ 73% ਲੋਕਾਂ ਨੇ ਵੋਟ ਪਾਈ। ਜੇਤੂ ਉਮੀਦਵਾਰ ਜੋ ਆਜ਼ਾਦ ਸੀ, ਉਸ ਨੂੰ 48% ਤੋਂ ਵੱਧ ਵੋਟਾਂ ਮਿਲੀਆਂ, ਜਦਕਿ ਕਾਂਗਰਸ ਦਾ ਵੋਟ ਸ਼ੇਅਰ ਉਹ ਸਿਰਫ 12.45% ਤੇ ਆ ਕੇ ਰੁਕ ਗਿਆ। ਹੁਣ ਇਹ ਗ੍ਰਾਫ ਬਹੁਤ ਕੁਝ ਕਹਿੰਦਾ ਹੈ। ਦੇਖੋ ਕਿਵੇਂ ਵੋਟ ਪਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। 2012 ਵਿੱਚ ਇਹ 80% ਤੋਂ ਵੀ ਵੱਧ ਸੀ, 2017 ਵਿੱਚ ਇਹ 77% ਦੇ ਕਰੀਬ ਆ ਗਈ ਤੇ 2022 ਤੱਕ ਇਹ 73% ਤੋਂ ਵੀ ਹੇਠਾਂ ਚਲੀ ਗਈ। ਇਹ ਸਿਰਫ ਅੰਕੜੇ ਨਹੀਂ, ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਇਹ ਰੁਝਾਨ ਅਕਸਰ ਵੋਟਰਾਂ ਦੀ ਸਿਸਟਮ ਤੋਂ ਵਧ ਰਹੀ ਨਿਰਾਸ਼ਾ ਵੱਲ ਇਸ਼ਾਰਾ ਕਰਦਾ ਹੈ। ਸਾਡਾ ਸੰਵਿਧਾਨ ਹਰ ਨਾਗਰਿਕ ਨੂੰ ਸਨਮਾਨ ਨਾਲ ਜਿਉਣ ਅਤੇ ਆਪਣੀ ਗੱਲ ਜ਼ਿੰਮੇਵਾਰੀ ਨਾਲ ਰੱਖਣ ਦਾ ਹੱਕ ਦਿੰਦਾ ਹੈ। ਜਦੋਂ ਲੋਕ ਵੋਟ ਨਹੀਂ ਪਾਉਂਦੇ ਤਾਂ ਇਹ ਸੁਸੰਵਾਦ ਵਿੱਚ ਇੱਕ ਖਲਾ ਪੈਦਾ ਕਰਦਾ ਹੈ। 2022 ਦੇ ਨਤੀਜੇ ਨੂੰ ਸਮਝਣ ਲਈ ਇਸ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵੋਟ ਫ੍ਰੈਗਮੈਂਟੇਸ਼ਨ। ਇਸ ਦਾ ਸਿੱਧਾ-ਸਾਦਾ ਮਤਲਬ ਹੈ ਵੋਟਾਂ ਦਾ ਖਿੰਡ ਜਾਣਾ ਜਾਂ ਵੰਡਿਆ ਜਾਣਾ। ਇਸ ਨੂੰ ਇੰਜ ਸਮਝੋ ਕਿ ਜਦੋਂ ਸੱਤਾ ਵਿਰੋਧੀ ਵੋਟ ਕਈ ਉਮੀਦਵਾਰਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਇਸ ਦਾ ਫਾਇਦਾ ਕਿਸੇ ਅਜਿਹੇ ਉਮੀਦਵਾਰ ਨੂੰ ਹੋ ਜਾਂਦਾ ਹੈ ਜਿਸ ਦਾ ਆਪਣਾ ਇੱਕ ਠੋਸ ਵੋਟ ਬੈਂਕ ਹੁੰਦਾ ਹੈ, ਭਾਵੇਂ ਉਸ ਨੂੰ ਕੁੱਲ ਵੋਟਾਂ ਦਾ ਵੱਡਾ ਹਿੱਸਾ ਨਾ ਵੀ ਮਿਲਿਆ ਹੋਵੇ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਹੋਇਆ ਕਿਉਂ? ਕੀ ਇਹ ਸਿਰਫ ਇੱਕ ਕਾਰਨ ਕਰਕੇ ਹੋਇਆ ਜਾਂ ਫਿਰ ਇਹ ਕਈ ਕਾਰਕਾਂ ਦਾ ਮਿਸ਼ਰਣ ਸੀ? ਅਸਲ ਵਿੱਚ ਇਹ ਇੱਕ ਪਰਫੈਕਟ ਪੋਲਿਟੀਕਲ ਸਟਾਰਮ ਯਾਨੀ ਇੱਕ ਸੰਪੂਰਨ ਸਿਆਸੀ ਤੂਫਾਨ ਸੀ ਜਿੱਥੇ ਸਭ ਕੁਝ ਇੱਕੋ ਵੇਲੇ ਗਲਤ ਹੋ ਗਿਆ। ਇਹ ਟਾਈਮਲਾਈਨ ਪਿਛਲੇ 10 ਸਾਲਾਂ ਦੀ ਪੂਰੀ ਕਹਾਣੀ ਦੱਸਦੀ ਹੈ। 2012 ਵਿੱਚ ਹੱਦਬੰਦੀ ਨੇ ਸਮੀਕਰਨ ਬਦਲੇ। 2017 ਵਿੱਚ ਆਮ ਆਦਮੀ ਪਾਰਟੀ ਦੇ ਆਉਣ ਨਾਲ ਸੱਤਾ ਵਿਰੋਧੀ ਵੋਟ ਵੰਡਿਆ ਗਿਆ ਤੇ ਫਿਰ 2022 ਵਿੱਚ ਅਕਾਲੀ ਦਲ ਭਾਜਪਾ ਗਠਜੋੜ ਦਾ ਟੁੱਟਣਾ ਅਤੇ ਇੱਕ ਮਜ਼ਬੂਤ ਆਜ਼ਾਦ ਉਮੀਦਵਾਰ ਦਾ ਮੈਦਾਨ ਵਿੱਚ ਆਉਣਾ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਮਿਲ ਕੇ ਇੱਕ ਅਜਿਹਾ ਮਾਹੌਲ ਬਣਾ ਦਿੱਤਾ ਜਿਸ ਵਿੱਚ ਇਹ ਵੱਡਾ ਉਲਟਫੇਰ ਹੋਇਆ। ਪਰ ਵੱਡੀ ਸਿਆਸਤ ਤੋਂ ਹਟ ਕੇ ਅਸਲ ਕਹਾਣੀ ਤਾਂ ਜ਼ਮੀਨੀ ਪੱਧਰ ਤੇ ਹੁੰਦੀ ਹੈ, ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ। ਉਸ ਵੇਲੇ ਲੋਕਾਂ ਵਿੱਚ ਗੁੱਸਾ ਸੀ। ਕਿਸਾਨੀ ਸੰਕਟ, ਹੜ੍ਹਾਂ ਨਾਲ ਹੋਇਆ ਨੁਕਸਾਨ, ਪਿੰਡਾਂ ਵਿੱਚ ਟੁੱਟੀਆਂ ਸੜਕਾਂ, ਪਾਣੀ ਦੀ ਸਮੱਸਿਆ, ਨੌਜਵਾਨਾਂ ਦੀ ਬੇਰੁਜ਼ਗਾਰੀ ਤੇ ਨਸ਼ੇ ਦਾ ਮੁੱਦਾ, ਇਹ ਸਭ ਮਿਲ ਕੇ ਲੋਕਾਂ ਦੇ ਮਨਾਂ ਵਿੱਚ ਇੱਕ ਵੱਡੀ ਨਾਰਾਜ਼ਗੀ ਪੈਦਾ ਕਰ ਰਹੇ ਸਨ। ਇਹ ਲਾਈਨ ਇਸ ਪੂਰੀ ਸਥਿਤੀ ਦਾ ਸਾਰ ਹੈ।
ਜਦੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਅਤੇ ਮੁਸ਼ਕਿਲਾਂ ਨੂੰ ਲਗਾਤਾਰ ਅਣਦੇਖਿਆ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਗੁੱਸਾ ਇੱਕ ਦਿਨ ਵੋਟ ਦੇ ਰੂਪ ਵਿੱਚ ਬਾਹਰ ਆਉਂਦਾ ਹੀ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਵਿੱਚ ਅਸਲ ਤਾਕਤ ਲੋਕਾਂ ਕੋਲ ਹੁੰਦੀ ਹੈ। ਖੈਰ, ਜੋ ਹੋਇਆ ਉਹ ਤਾਂ ਇਤਿਹਾਸ ਬਣ ਗਿਆ, ਪਰ ਸਿਆਸਤ ਵਿੱਚ ਹਮੇਸ਼ਾ ਅੱਗੇ ਦੇਖਿਆ ਜਾਂਦਾ ਹੈ। ਹੁਣ ਆਪਾਂ ਇਸ ਵਿਸ਼ਲੇਸ਼ਣ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਵੱਲ ਵਧਦੇ ਹਾਂ। ਸਰੋਤ ਰਿਪੋਰਟ ਵਿੱਚ ਇਸ ਹਾਰ ਤੋਂ ਉਭਰਨ ਅਤੇ ਵਾਪਸੀ ਕਰਨ ਲਈ ਇੱਕ ਬਹੁਤ ਹੀ ਵਿਸਤ੍ਰਿਤ ਬਲੂਪ੍ਰਿੰਟ ਯਾਨੀ ਇੱਕ ਖਾਕਾ ਦਿੱਤਾ ਗਿਆ ਹੈ। ਇਸ ਰਣਨੀਤੀ ਨੂੰ ਇੱਕ ਖਾਸ ਨਾਂ ਦਿੱਤਾ ਗਿਆ ਹੈ, ਚਤੁਰਮੁਖ ਸਿਧਾਂਤ। ਚਤੁਰਮੁਖ ਦਾ ਮਤਲਬ ਹੈ 4 ਚਿਹਰਿਆਂ ਵਾਲਾ। ਇਹ ਇੱਕ ਅਜਿਹੀ ਯੋਜਨਾ ਹੈ ਜੋ ਚਾਰੇ ਦਿਸ਼ਾਵਾਂ ਤੋਂ ਹਰ ਪਹਿਲੂ ਤੇ ਕੰਮ ਕਰਕੇ ਪਾਰਟੀ ਨੂੰ ਦੁਬਾਰਾ ਖੜਾ ਕਰਨ ਤੇ ਜ਼ੋਰ ਦਿੰਦੀ ਹੈ। ਤਾਂ ਇਸ ਸਿਧਾਂਤ ਦੇ ਉਹ 4 ਚਿਹਰੇ ਕਿਹੜੇ ਨੇ? ਪਹਿਲਾ ਹੈ ਚੋਣ ਪਹਿਲੂ, ਯਾਨੀ ਵੋਟਰਾਂ ਨਾਲ ਸਿੱਧਾ ਸੰਪਰਕ ਕਰਨਾ, ਉਹਨਾਂ ਦੇ ਮੁੱਦਿਆਂ ਨੂੰ ਸਮਝਣਾ। ਦੂਜਾ ਹੈ ਸੰਗਠਨਾਤਮਕ ਮਜ਼ਬੂਤੀ, ਯਾਨੀ ਪਾਰਟੀ ਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਕਰਨਾ। ਤੀਜਾ ਹੈ ਇੱਕ ਸਹੀ ਬਿਰਤਾਂਤ ਜਾਂ ਕਹਾਣੀ ਬਣਾਉਣਾ ਜੋ ਲੋਕਾਂ ਨੂੰ ਭਰੋਸਾ ਦਿਵਾਏ। ਅਤੇ ਚੌਥਾ ਹੈ ਸਰੋਤ, ਜਿਸ ਵਿੱਚ ਸਹੀ ਗੱਠਜੋੜ ਤੇ ਫੰਡਿੰਗ ਸ਼ਾਮਿਲ ਹੈ। ਇਹ ਇੱਕ 360 ਡਿਗਰੀ ਪਹੁੰਚ ਹੈ। ਤੇ ਇਸ ਰਣਨੀਤੀ ਨੂੰ ਜ਼ਮੀਨ ਤੇ ਉਤਾਰਨ ਲਈ ਇਹ 90 ਦਿਨਾਂ ਦੀ ਇੱਕ ਯੋਜਨਾ ਵੀ ਸੁਝਾਈ ਗਈ ਹੈ। ਇਹ ਲੋਕਾਂ ਨੂੰ ਸਿਰਫ ਵੋਟਰ ਸਮਝਣ ਦੀ ਬਜਾਏ ਉਹਨਾਂ ਨੂੰ ਸੁਣਨ ਤੋਂ ਸ਼ੁਰੂ ਹੁੰਦੀ ਹੈ। ਉਹਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਇੱਕ ਮੈਨੀਫੈਸਟੋ ਬਣਾਇਆ ਜਾਂਦਾ ਹੈ ਤੇ ਫਿਰ ਅੰਤ ਵਿੱਚ ਉਹਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਤੇ ਅੱਜ ਦੇ ਡਿਜੀਟਲ ਯੁੱਗ ਵਿੱਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਜਿਵੇਂ ਕਿ ਭਾਰਤ ਦਾ ਡੇਟਾ ਪ੍ਰੋਟੈਕਸ਼ਨ ਕਾਨੂੰਨ ਕਹਿੰਦਾ ਹੈ। ਭਰੋਸਾ ਇਸ ਨਾਲ ਵੀ ਬਣਦਾ ਹੈ। ਇਸ ਸਾਰੇ ਵਿਸ਼ਲੇਸ਼ਣ ਦਾ ਨਿਚੋੜ ਇਸ ਇੱਕ ਵਾਕ ਵਿੱਚ ਹੈ। ਸਿਆਸਤ ਕੋਈ 5 ਸਾਲਾਂ ਬਾਅਦ ਆਉਣ ਵਾਲਾ ਤਿਉਹਾਰ ਨਹੀਂ, ਲੋਕਾਂ ਨਾਲ ਰਿਸ਼ਤਾ ਹਰ ਰੋਜ਼ ਬਣਾਉਣਾ ਪੈਂਦਾ ਹੈ। ਉਹਨਾਂ ਦਾ ਭਰੋਸਾ ਹਰ ਰੋਜ਼ ਜਿੱਤਣਾ ਪੈਂਦਾ ਹੈ। ਜਦੋਂ ਇਹ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਤਾਂ ਸੁਲਤਾਨਪੁਰ ਲੋਧੀ ਵਰਗੇ ਨਤੀਜੇ ਸਾਹਮਣੇ ਆਉਂਦੇ ਹਨ। ਤੇ ਅੰਤ ਵਿੱਚ ਇੱਕ ਸਵਾਲ ਜਿਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਸਿਆਸਤ ਬਹੁਤ ਵੰਡੀ ਹੋਈ ਹੈ, ਉੱਥੇ ਜਿੱਤ ਦਾ ਅਸਲ ਫਾਰਮੂਲਾ ਕੀ ਹੈ? ਕੀ ਆਪਣਾ ਆਧਾਰ ਇੰਨਾ ਮਜ਼ਬੂਤ ਕਰ ਲਿਆ ਜਾਏ ਕਿ ਕੋਈ ਹਿਲਾ ਨਾ ਸਕੇ, ਜਾਂ ਫਿਰ ਵਿਰੋਧੀਆਂ ਦੀਆਂ ਵੋਟਾਂ ਨੂੰ ਵੰਡਣ ਦੀ ਰਣਨੀਤੀ ਤੇ ਕੰਮ ਕੀਤਾ ਜਾਵੇ? ਇਸ ਬਾਰੇ ਸੋਚਣਾ ਜ਼ਰੂਰੀ ਹੈ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਆਗੂ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਦਾ ਵਿਕਾਸ ਕਰਨਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 080 420 46102 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਉਦੇਸ਼।